ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸਟੂਡੈਂਟਸ, ਅੱਜ ਆਪਾਂ ਜਿਹੜਾ ਟੌਪਿਕ ਡਿਸਕਸ ਕਰਨਾ ਹੈ, ਸਾਡੇ ਫਿਊਲ ਚੈਪਟਰ ਦਾ ਇਹ ਟੌਪਿਕ ਹੈ। ਉਸ ਟੌਪਿਕ ਦਾ ਨਾਮ ਹੈ ਯੂਨਿਟਸ ਆਫ ਹੀਟ, ਰਾਈਟ। ਯੂਨਿਟਸ ਆਫ ਹੀਟ ਨੂੰ ਮੈਜ਼ਰ ਕਰਨ ਵਾਸਤੇ ਅਸੀਂ 3 ਯੂਨਿਟ ਯੂਜ਼ ਕਰ ਸਕਦੇ ਹਾਂ, ਕੈਲੋਰੀਜ਼, ਕਿਲੋ ਕੈਲੋਰੀਜ਼ ਐਂਡ ਬ੍ਰਿਟਿਸ਼ ਥਰਮਲ ਯੂਨਿਟ, ਰਾਈਟ। 1 ਬਾਏ 1 ਇਹਨਾਂ ਯੂਨਿਟ ਨੂੰ ਮੈਂ ਡਿਸਕਸ ਕਰੂੰਗੀ। ਸਾਡੇ ਨਾਲ ਪਹਿਲੇ ਨੰਬਰ 'ਤੇ ਆਪਾਂ ਜਿਹੜੀ ਯੂਨਿਟ ਡਿਸਕਸ ਕਰਨ ਲੱਗੇ ਹਾਂ, ਦੈਟ ਇਜ਼ ਕੈਲੋਰੀ। Calorie. So this is the units of heat in CGS system. CGS system, right? और यदि definition असी किस तरह लिखांगे? It is defined as the amount of heat required to raise the temperature of 1 gram of water to 1 degree centigrade, right? 1 ਗ੍ਰਾਮ ਪਾਣੀ ਦੇ ਮਾਸ ਨੂੰ ਇੱਕ ਦਾ ਜਿਹੜਾ ਟੈਂਪਰੇਚਰ ਹੈ 1 ਡਿਗਰੀ ਸੈਂਟੀਗ੍ਰੇਡ ਤੱਕ ਰਾਈਜ਼ ਕਰਨ ਵਾਸਤੇ ਸਾਨੂੰ ਕਿੰਨੀ ਹੀਟ ਜਿਹੜੀ ਆ ਉਹ ਯੂਜ਼ ਹੁੰਦੀ ਹੈ, ਕਿੰਨੀ ਹੀਟ ਲਗਾਉਣੀ ਪੈਂਦੀ ਹੈ। ਦੈਟ ਪਰਟੀਕੂਲਰ ਅਮਾਊਂਟ ਆਫ ਹੀਟ ਇਜ਼ ਨੋਨ ਐਜ਼ 1 ਕੈਲੋਰੀ। ਮੰਨ ਲਓ ਪਾਣੀ ਦਾ ਟੈਂਪਰੇਚਰ ਸਾਡੇ ਕੋਲ ਹੈਗਾ ਹੈ 16 ਡਿਗਰੀ ਸੈਂਟੀਗ੍ਰੇਡ, ਇਹਨੂੰ 16 ਤੋਂ ਵਧਾ ਕੇ ਅਸੀਂ 17 ਡਿਗਰੀ ਸੈਂਟੀਗ੍ਰੇਡ ਇਨਕਰੀਜ਼ ਕਰਨਾ। ਉਹ ਇੰਨਾ ਟੈਂਪਰੇਚਰ ਵਧਾਉਣ ਵਾਸਤੇ ਕਿੰਨੀ ਹੀਟ ਸਾਨੂੰ ਵਾਟਰ ਨੂੰ ਸਪਲਾਈ ਕੀਤੀ। ਪ੍ਰੋਵਾਈਡਡ ਵਾਟਰ ਦਾ ਵੋਲੀਅਮ ਅਸੀਂ ਕਿੰਨਾ ਲੈਣਾ? ਦੈਟ ਸ਼ੁੱਡ ਬੀ ਓਨਲੀ 1 ਗ੍ਰਾਮ, ਰਾਈਟ। 1 ਗ੍ਰਾਮ ਪਾਣੀ ਦਾ ਟੈਂਪਰੇਚਰ 1 ਡਿਗਰੀ ਤੱਕ ਰਾਈਜ਼ ਕਰਨ ਵਾਸਤੇ ਜਿੰਨੀ ਹੀਟ ਦਾ ਅਮਾਊਂਟ ਜਿਹੜਾ ਹੈ ਯੂਟੀਲਾਈਜ਼ ਹੁੰਦਾ ਹੈ, ਦੈਟ ਪਰਟੀਕੂਲਰ ਅਮਾਊਂਟ ਆਫ ਹੀਟ ਐਨਰਜੀ ਇਜ਼ ਨੋਨ ਐਜ਼ ਦਾ ਕੈਲੋਰੀਜ਼। ਸੋ ਇਹ ਹੀਟ ਦੀਆਂ ਯੂਨਿਟ ਹੈ CGS ਸਿਸਟਮ ਦੇ ਵਿੱਚ। ਦੂਸਰੀਆਂ ਹੀਟ ਦੀਆਂ ਯੂਨਿਟਸ ਅਸੀਂ ਕਿਲੋ ਕੈਲੋਰੀਜ਼ ਕਰਨੀ ਹੈ, ਔਰ ਇਹ ਜਿਹੜੀਆਂ ਹੀਟ ਦੀਆਂ ਯੂਨਿਟਸ ਹੈ ਦੈਟ ਵਿਲ ਬੀ ਇਨ MKS ਸਿਸਟਮ। ਸੋ ਅਗਲੀਆਂ ਹੀਟ ਦੀਆਂ ਯੂਨਿਟ ਜਿਹੜੀ ਹੈ ਕਿਲੋ ਕੈਲੋਰੀ, ਰਾਈਟ। ਇਹਦੇ ਵਿੱਚੋਂ ਯੂਨਿਟ ਮੈਂ ਡੈਫੀਨੇਸ਼ਨ ਬਣਾ ਦੇਣੀ ਹੈ, ਬਸ ਥੋੜੀ ਜਿਹੀ ਚੇਂਜ ਕਰਾਂਗੇ ਆਪਾਂ। ਇਟ ਇਜ਼ ਡਿਫਾਈਨਡ ਐਜ਼ ਦਾ ਅਮਾਊਂਟ ਆਫ ਹੀਟ required to raise the temperature of, ਬਸ ਜਿੱਥੇ 1 ਗ੍ਰਾਮ ਲਿਖਿਆ ਹੋਇਆ ਉੱਥੇ 1 ਕਿਲੋਗ੍ਰਾਮ ਲਿਖ ਦਿਓ। To raise the temperature of 1 kilogram of water to 1 degree centigrade. That particular amount of heat energy is known as 1 kilocalorie. So 1 ਕਿਲੋਗ੍ਰਾਮ, ਹੁਣ ਇੱਥੇ ਵਾਟਰ ਦਾ ਅਮਾਊਂਟ ਕਿੰਨਾ ਹੈ? 1 ਕਿਲੋਗ੍ਰਾਮ। 1 ਕਿਲੋਗ੍ਰਾਮ ਪਾਣੀ ਦੇ ਟੈਂਪਰੇਚਰ ਨੂੰ 1 ਡਿਗਰੀ ਤੱਕ ਰਾਈਜ਼, ਮੰਨ ਲਓ 16 ਤੋਂ 17 ਕਰਨਾ, ਸਾਨੂੰ ਕਿੰਨੀ ਹੀਟ ਐਨਰਜੀ ਯੂਟੀਲਾਈਜ਼ ਕਰਨੀ ਪਈ ਹੈ? ਦੈਟ ਪਰਟੀਕੂਲਰ ਅਮਾਊਂਟ ਆਫ ਹੀਟ ਐਨਰਜੀ ਇਜ਼ ਨੋਨ ਐਜ਼ ਦਾ 1 ਕਿਲੋ ਕੈਲੋਰੀ। ਔਰ 1 ਕਿਲੋ ਕੈਲੋਰੀ ਜਿਹੜੀ ਹੈ, so 1 kilocalorie, this 1 kilocalorie is equal to 1000 calorie, 1000 calorie। सो याद रखनी है। सो 1 ਜਿਹੜਾ ਕਿਲੋ ਹੈ ਕੋਫੀਸ਼ੀਐਂਟ 1000 ਵਾਸਤੇ ਲਗਾਇਆ ਜਾਂਦਾ ਹੈ, ਰਾਈਟ। ਸੋ 1 ਕਿਲੋ ਕੈਲੋਰੀ ਇਜ਼ ਇਕੁਅਲ ਟੂ 1000 ਕੈਲੋਰੀ। ਸੋ ਅਗਲੀ ਆ ਗਈ ਸਾਡੇ ਕੋਲ ਬ੍ਰਿਟਿਸ਼ ਥਰਮਲ ਯੂਨਿਟ। ਨੈਕਸਟ ਇਜ਼ ਬ੍ਰਿਟਿਸ਼ ਥਰਮਲ ਯੂਨਿਟ BTU, ਰਾਈਟ। ਤਾਂ ਤੀਸਰੀ ਯੂਨਿਟ ਅਸੀਂ ਕਰਨੀ ਹੈ, ਇਹ ਫੁੱਟ ਪਾਊਂਡ ਸਿਸਟਮ ਦੇ ਵਿੱਚ ਹੈ, ਦੈਟ ਇਜ਼ ਬ੍ਰਿਟਿਸ਼ ਥਰਮਲ ਯੂਨਿਟ। ਸੋ ਬ੍ਰਿਟਿਸ਼ ਥਰਮਲ ਯੂਨਿਟ, ਰਾਈਟ। ਸੋ ਇਹ ਜਿਹੜੀਆਂ ਹੀਟ ਦੇ ਸਾਡੇ ਕੋਲ ਇਕਾਈ ਹੈ, ਦੈਟ ਇਜ਼ ਇਨ ਦਾ foot pound system, that is FPS, foot pound system. So ਇਹਦੀ definition ਕੀ ਹੈ? ਅਸੀਂ ਲਿਖਾਂਗੇ it is defined as the amount of heat required to raise the temperature of 1 kilogram। ਹਟਾ ਦਿਓ ਜੀ ਇੱਥੋਂ, 1 ਕਿਲੋਗ੍ਰਾਮ ਦੀ ਜਗ੍ਹਾ ਤੇ ਅਸੀਂ 1 pound ਯੂਜ਼ ਕਰਨਾ ਹੈ word, right? So it is the temperature which is required to raise the temperature of 1 pound of water to 1 degree centigrade। नहीं लिखना जी, इत्थे आपां लिखना है 1 degree Fahrenheit।
ठीक है। 1 ਪਾਉਂਡ ਪਾਣੀ ਦਾ ਟੈਂਪਰੇਚਰ 1 ਡਿਗਰੀ ਫਾਰਨਹਾਈਟ ਤੱਕ ਇਨਕਰੀਜ਼ ਕਰਨ ਵਾਸਤੇ ਕਿੰਨੀ ਜ਼ਿਆਦਾ ਹੀਟ એનર્ਜੀ ਦੀ ਜ਼ਰੂਰਤ ਪਈ ਹੈ। ਦੈਟ ਪਰਟੀਕੂਲਰ ਅਮਾਊਂਟ ਆਫ ਹੀਟ એનર્ਜੀ ਇਜ਼ ਨੋਨ ਐਜ਼ ਬ੍ਰਿਟਿਸ਼ ਥਰਮਲ ਯੂਨਿਟ ਐਂਡ ਦਿਸ ਇਜ਼ ਆਲਸੋ ਨੋਨ ਐਜ਼ BTU। BTU ਦੀ ਫੁੱਲ ਫਾਰਮ ਕੀ ਹੈ? ਬ੍ਰਿਟਿਸ਼ ਥਰਮਲ ਯੂਨਿਟ। ਔਰ ਸਾਡੇ ਕੋਲ 1 BTU ਹੈ। 1 BTU it is equal to 252 calories ਦੇ ਬਰਾਬਰ ਹੈ and it is also equal to 0.252 ਕਿਲੋ ਕੈਲੋਰੀ ਦੇ ਬਰਾਬਰ ਹੈ। ਸੋ ਇਹ ਸਾਡੇ ਕੋਲ 3 ਅਲੱਗ-ਅਲੱਗ ਹੀਟ ਦੀ ਕਿਸੇ ਵੀ ਫਿਊਲ ਦੇ ਵਿੱਚੋਂ ਨਿਕਲਣ ਵਾਲੀ ਹੀਟ એનર્ਜੀ ਨੂੰ ਮਾਪਣ ਵਾਸਤੇ ਜਿਹੜੀਆਂ ਅਸੀਂ ਯੂਨਿਟ ਯੂਜ਼ ਕਰਦੇ ਹਾਂ ਉਹਨਾਂ ਦੀਆਂ ਡੈਫੀਨੇਸ਼ਨਸ ਹੈ। 1 is calorie, ਕਿਲੋ ਕੈਲੋਰੀ, British thermal unit, right? So this is in the CGS system, this is in the MKS system and this is in the foot pound system, right? So ਇਹਨਾਂ ਤਿੰਨਾਂ ਯੂਨਿਟ ਦੇ ਵਿੱਚ ਅਸੀਂ ਕਿਸੇ ਵੀ ਫਿਊਲ ਦੇ ਵਿੱਚੋਂ ਨਿਕਲਣ ਵਾਲੀ ਹੀਟ એનર્ਜੀ ਨੂੰ ਮੈਜ਼ਰ ਕਰ ਸਕਦੇ ਹਾਂ। ਇਹ ਤਾਂ ਸੀ ਟੌਪਿਕ ਸਾਡਾ ਯੂਨਿਟਸ ਆਫ ਹੀਟ, ਕਿਹੜੀਆਂ ਯੂਨਿਟਸ ਦੇ ਵਿੱਚ ਅਸੀਂ ਹੀਟ ਨੂੰ ਮੈਜ਼ਰ ਕਰ ਸਕਦੇ ਹਾਂ। ਸਟੂਡੈਂਟਸ ਨੈਕਸਟ ਟੌਪਿਕ ਜਿਹੜਾ ਆਪਾਂ ਡਿਸਕਸ ਕਰਨਾ ਹੈ ਦੈਟ ਟੌਪਿਕ ਇਜ਼ ਵੈਰੀ ਵੈਰੀ ਇੰਪੋਰਟੈਂਟ ਟੌਪਿਕ। ਦੈਟ ਟੌਪਿਕ ਇਜ਼ ਕੈਲੋਰੀਫਿਕ ਵੈਲਿਊ ਆਫ ਫਿਊਲ। ਕੈਲੋਰੀਫਿਕ ਵੈਲਿਊ ਆਫ ਫਿਊਲ। ਕੈਲੋਰੀਫਿਕ ਵੈਲਿਊ ਆਫ ਫਿਊਲ, ਕਿਸੇ ਵੀ ਫਿਊਲ ਦੀ ਕੈਲੋਰੀਫਿਕ ਵੈਲਿਊ ਕਿਸ ਤਰ੍ਹਾਂ ਤੁਸੀਂ ਮੈਜ਼ਰ ਕਰਨੀ ਹੈ। ਸੋ ਕਿਸੇ ਵੀ ਫਿਊਲ ਦੀ ਜਿਹੜੀ ਐਫੀਸ਼ੀਐਂਸੀ ਹੈ, ਕੀ ਇਹ ਫਿਊਲ ਘਟੀਆ ਹੈ ਵਧੀਆ ਹੈ, ਉਹ ਕਿਸ ਬੇਸ 'ਤੇ ਜੱਜ ਹੁੰਦੀ ਹੈ ਕਿ ਉਸ ਫਿਊਲ ਦੀ ਕੈਲੋਰੀਫਿਕ ਵੈਲਿਊ ਕੀ ਹੁੰਦੀ ਹੈ। ਸੋ ਹਾਊ ਯੂ ਕੈਨ ਡਿਫਾਈਨ ਦਾ ਕੈਲੋਰੀਫਿਕ ਵੈਲਿਊ? ਇਟ ਇਜ਼ ਡਿਫਾਈਨਡ ਐਜ਼ ਦਾ amount of heat obtained by complete combustion of unit mass of fuel। ਸੋ ਕਿਸੇ ਵੀ ਫਿਊਲ ਦਾ ਯੂਨਿਟ ਮਾਸ ਬਰਨ ਕਰਨ ਤੇ, ਯੂਨਿਟ ਮਤਲਬ 1 ਗ੍ਰਾਮ ਵੀ ਹੋ ਸਕਦਾ ਹੈ, 1 ਕਿਲੋਗ੍ਰਾਮ ਵੀ ਹੋ ਸਕਦਾ ਹੈ, ਰਾਈਟ? 1 ਕੁਇੰਟਲ ਵੀ ਹੋ ਸਕਦਾ। ਤਾਂ ਕਿਸੇ ਵੀ ਫਿਊਲ ਦਾ ਯੂਨਿਟ ਮਾਸ ਬਰਨ ਕਰਨ ਤੇ ਕਿੰਨੀ ਜ਼ਿਆਦਾ ਹੀਟ ਪੈਦਾ ਹੁੰਦੀ ਹੈ। ਸੋ ਇਟ ਇਜ਼ ਡਿਫਾਈਨਡ ਐਜ਼ ਦਾ ਅਮਾਊਂਟ ਆਫ ਹੀਟ obtained ਬਾਈ ਕੰਪਲੀਟ ਕੰਬਸ਼ਨ ਆਫ ਯੂਨਿਟ ਮਾਸ ਆਫ ਫਿਊਲ। ਸੋ ਕਿਸੇ ਵੀ ਫਿਊਲ ਦਾ ਯੂਨਿਟ ਮਾਸ ਬਰਨ ਕਰਨ ਤੇ ਕਿੰਨੀ ਹੀਟ ਪੈਦਾ ਹੁੰਦੀ ਹੈ, ਦੈਟ ਪਰਟੀਕੂਲਰ ਅਮਾਊਂਟ ਆਫ ਹੀਟ એનર્ਜੀ ਇਜ਼ ਨੋਨ ਐਜ਼ ਕੈਲੋਰੀਫਿਕ ਵੈਲਿਊ ਆਫ ਫਿਊਲ, ਰਾਈਟ? Units of calorific value. Units of calorific value. ਪਹਿਲਾਂ ਜਿਹੜੀਆਂ ਆਪਾਂ ਯੂਨਿਟ ਕੀਤੀਆਂ ਸੀ ਉਹ ਹੀਟ ਦੀਆਂ ਯੂਨਿਟ ਸੀ। ਮਰਜ ਨਹੀਂ ਕਰਨੀਆਂ, ਦੋਨੇ ਆਪਸ ਦੇ ਵਿੱਚ ਕਨਫਿਊਜ਼ ਨਹੀਂ ਕਰਨੀਆਂ। ਪਹਿਲੇ ਅਸੀਂ ਜਿਹੜੀਆਂ ਯੂਨਿਟਸ ਕੀਤੀਆਂ ਸੀ ਉਹ ਹੀਟ ਦੀਆਂ ਸੀ। ਹੁਣ ਜਿਹੜੀਆਂ ਅਸੀਂ ਯੂਨਿਟ ਕਰਨ ਲੱਗੇ ਹਾਂ ਦੇ ਆਰ ਦ ਯੂਨਿਟਸ ਆਫ ਕੈਲੋਰੀਫਿਕ ਵੈਲਿਊ, ਰਾਈਟ? ਸਿਸਟਮ ਇਹਦਾ ਇੱਕ ਤੁਸੀਂ ਟੇਬਲ ਬਣਾ ਸਕਦੇ ਹੋ ਤਾਂ ਬਣਾ ਲਓ। ਸਿਸਟਮ 3 ਸਿਸਟਮ ਅਸੀਂ ਯੂਜ਼ ਕਰਦੇ ਹਾਂ। 1 ਇਜ਼ CGS ਸਿਸਟਮ, ਰਾਈਟ? ਦੈਨ MKS ਸਿਸਟਮ, ਦੈਨ ਲਾਸਟ ਵਨ ਇਜ਼ ਦਾ foot pound system, right? So CGS system, MKS system and foot pound system. Fuel ਸਾਡੇ ਕੋਲ solid or either liquid, right? Solid or liquid fuel ਦੀਆਂ ਯੂਨਿਟ ਅਲੱਗ ਹੁੰਦੀ ਹੈ, gases fuel ਦੀਆਂ ਯੂਨਿਟ ਜਿਹੜੀਆਂ ਅਲੱਗ ਹੁੰਦੀਆਂ। That one is gases fuel, right? CGS ਸਿਸਟਮ ਦੇ ਵਿੱਚ ਸਾਡੇ ਕੋਲ ਸੋਲਿਡ ਔਰ ਲਿਕੁਇਡ ਫਿਊਲ ਦੀ ਕੈਲੋਰੀਫਿਕ ਵੈਲਿਊ ਦੀਆਂ ਯੂਨਿਟ ਹੋਣੀਆਂ ਚਾਹੀਦੀਆਂ ਕੈਲੋਰੀਜ਼ ਪਰ ਗ੍ਰਾਮ, ਰਾਈਟ? MKS ਸਿਸਟਮ ਦੇ ਵਿੱਚ ਸੋਲਿਡ ਲਿਕੁਇਡ ਫਿਊਲ ਦੀਆਂ ਕੈਲੋਰੀਫਿਕ ਵੈਲਿਊ ਦੀਆਂ ਯੂਨਿਟ ਕਿਲੋ ਕੈਲੋਰੀ ਪਰ ਗ੍ਰਾਮ, ਰਾਈਟ? ਕਿਲੋ ਕੈਲੋਰੀ
per kilogram. Then British thermal unit per pound. LB word ਜਿਹੜਾ ਹੈ pound ਵਾਸਤੇ यूज़ ਕੀਤਾ ਜਾਂਦਾ ਹੈ. So this is for the solid and liquid fuel. Gaseous fuel ਵਾਸਤੇ बस असी जिथे मास लिखा उत्ते वॉल्यूम लगा देना, दैट इज़ कैलोरी पर सेंटीमीटर क्यूब, राइट. CGS सिस्टम दे विच गैसिस फ्यूल वास्ते कैलोरीफिक वैल्यू दी यूनिट ये वास्ते किलो कैलोरी पर मीटर क्यूब, राइट. और ये वास्ते ब्रिटिश थर्मल यूनिट पर, दैट इज़ ये वास्ते असी वॉल्यूम दी यूनिट यूज़ कीतियां, दैट इज़ FT क्यूब, राइट. सो ये असी यूनिट जिहड़ियां ये वास्ते यूज़ कर सकते हैं. तो इत्थे वेट दी यूनिट यूज़ कीतियां. वॉल्यूम असी कादे विच मेजर करते हैं, दैट इज़ वो इत्थे ब्रिटिश थर्मल यूनिट दे विच वॉल्यूम दी यूनिट FT क्यूब असी यूज़ किया है, राइट. सो ये साडे कोल सी यूनिट्स ऑफ कैलोरीफिक वैल्यू ऑफ फ्यूल. नैक्सट है जो टॉपिक आप स्टूडेंट डिस्कस करना है, दैट टॉपिक इज टाइप्स ऑफ कैलोरीफिक वैल्यू ऑफ फ्यूल, राइट. सो टाइप्स ऑफ कैलोरीफिक वैल्यू ऑफ फ्यूल. सो टाइप्स ऑफ कैलोरीफिक वैल्यू ऑफ फ्यूल डिटेल आप अगली वीडियो दे विच करांगे. जस्ट इत्थे आप डेफिनेशंस ही करांगे इहदियां. टाइप्स ऑफ कैलोरीफिक value of fuel. Types of calorific value of fuel. So there are two basic types of calorific value of fuel. One is gross calorific value, that is gross calorific value. ग्रॉस कैलोरीफिक वैल्यू यदि शॉर्ट फॉर्म असी GCVV यूज़ करते हैं. एंड दिस इज़ आल्सो नोन एज हायर, दैट इज़ हायर कैलोरीफिक वैल्यू. एक होर नाम ये वास्ते यूज़ किया जा सकता. हायर कैलोरीफिक वैल्यू की शॉर्ट फॉर्म आ गई HCV, हायर कैलोरीफिक वैल्यू. सो ग्रॉस कैलोरीफिक वैल्यू. And second one is net calorific value. Net calorific value. Net calorific value is also known as low calorific value. It is LCV. ये वास्ते टर्म आप यूज़ करते हैं, राइट. सो यदि डेफिनेशन किस तरीके दे नाल आपां लिखनी है, वन बाय वन मैं डिस्कस कर दिया नो. सो फर्स्ट इज़ आपां जिहड़ी कैलोरीफिक वैल्यू बारे डिस्कस करना है, दैट इज़ हाई कैलोरीफिक वैल्यू और ग्रॉस कैलोरीफिक वैल्यू HCV, दैट इज़ ग्रॉस कैलोरीफिक वैल्यू. ग्रॉस कैलोरीफिक वैल्यू की हुंदी है? It is the total amount of heat generated. It is the total amount of heat generated. It is the total amount of heat generated when a unit quantity of fuel is completely burnt in oxygen and the product of combustion is cooled down to the
room temperature, right? So what is gross calorific value? This is the total amount of heat produced. Total heat कितनी generate होती है. When a unit quantity of fuel is completely burnt, ਜਦੋਂ ਅਸੀਂ unit quantity fuel ਦੀ burn ਕਰੀਏ in oxygen and the product of combustion is cooled down to room temperature, ਔਰ combustion ਦੇ ਦੌਰਾਨ ਜਿਹੜਾ ਵੀ ਪ੍ਰੋਡਕਟ ਕੋਈ ਗੈਸਿਸ ਪ੍ਰੋਡਕਟ ਪੈਦਾ ਹੋਇਆ, ਕੋਈ ਵੇਪਰ ਵੀ ਹੋਏ, ਉਹਨਾਂ ਨੂੰ ਬਾਹਰ evaporate ਨਹੀਂ ਹੋਣ ਦੇਣਾ, ਬਲਕਿ ਉਹਨਾਂ ਨੂੰ ਰੂਮ ਟੈਂਪਰੇਚਰ ਤੇ ਲੈ ਕੇ ਆਣਾ, ਠੀਕ ਹੈ, ਠੰਡਾ ਕਰਨਾ ਹੈ, ਰਾਈਟ? ਮਤਲਬ ਇਹ ਜਦੋਂ ਇਸ ਫਿਊਲ ਦੀ ਕਲੋਰੀਫਿਕ ਵੈਲਿਊ ਅਸੀਂ ਨੋਟ ਕਰਨੀ ਆ, ਇਸ ਫਿਊਲ ਮੰਨ ਲਓ ਸਾਡੇ ਕੋਲ ਫਿਊਲ ਪਿਆ ਹੋਇਆ, ਰਾਈਟ? ਸੋ ਅਸੀਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਗਨਾਈਟ ਕਰਕੇ ਬਰਨ ਕਰਤਾ, ਲੇਕਿਨ ਜਦੋਂ ਅਸੀਂ ਇਹਨੂੰ ਬਰਨ ਕਰਨਾ ਹੈ ਤਾਂ ਇਹਦਾ ਜਿਹੜਾ ਇਗਨੀਸ਼ਨ ਪ੍ਰੋਡਕਟ ਹੈ ਉਹ ਅਸੀਂ ਬਾਹਰ ਨਹੀਂ ਜਾਣ ਦੇਣਾ। ਅੱਜ ਮੰਨ ਲਓ ਇਹਦੇ ਉੱਤੇ ਫਨਲ ਰੱਖ ਲਈ ਤਾਂ ਫਨਲ ਨੂੰ ਬੰਦ ਕਰ ਦੇਣਾ, ਪਲੱਗ ਕਰ ਦੇਣਾ, ਰਾਈਟ? ਜਦੋਂ ਇਹ ਫਿਊਲ ਬਰਨ ਹੋਇਆ ਉਹਦੇ ਤੋਂ ਜਿਹੜੀਆਂ ਵੀ ਗੈਸਿਸ ਵਗੈਰਾ ਬਣੀਆਂ ਹੋਈਆਂ, ਠੀਕ ਹੈ, ਔਰ ਇਹ ਜਿਹੜਾ ਸਿਸਟਮ ਹੈ ਟੋਟਲੀ ਜਿਹੜਾ ਹੈ ਉਹ ਇਨਸੂਲੇਟ ਕੀਤਾ ਹੋਇਆ, ਇਹਦੀ ਹੀਟ ਜਿਹੜੀ ਆ ਬਾਹਰ ਟਰਾਂਸਮਿਟ ਨਹੀਂ ਹੋ ਸਕਦੀ। ਤਾਂ ਜਦੋਂ ਅਸੀਂ ਇਸ ਇਨਸੂਲੇਟਿਡ ਸਿਸਟਮ ਦੇ ਵਿੱਚ ਇਸ ਫਿਊਲ ਨੂੰ ਬਰਨ ਕਰਦੇ ਹਾਂ, ਜੋ ਵੀ ਇਹਦਾ ਬਰਨਿੰਗ ਤੋਂ ਬਾਅਦ ਪ੍ਰੋਡਕਟ ਬਣਿਆ ਉਹਨੂੰ ਅਸੀਂ ਐਸਕੇਪ ਨਹੀਂ ਹੋਣ ਦੇਣਾ, ਔਰ ਉਹਨੂੰ ਕੂਲ ਡਾਊਨ ਕਰਨਾ ਹੈ। ਕੂਲ ਡਾਊਨ ਕਰਕੇ ਫਿਰ ਫਿਊਲ ਦੀ ਕਲੋਰੀਫਿਕ ਵੈਲਿਊ ਅਸੀਂ ਇੰਸਟਰੂਮੈਂਟ ਦੀ ਹੈਲਪ ਦੇ ਨਾਲ ਨੋਟ ਕਰਨੀ ਹੈ। ਬੌਮ ਕਲੋਰੀਮੀਟਰ ਆਪਾਂ ਯੂਜ਼ ਕਰਾਂਗੇ, ਜਿਹੜਾ ਕਿ ਅਗਲੇ ਲੈਕਚਰ 'ਚ ਮੈਂ ਡਿਸਕਸ ਕਰੂੰਗੀ। ਸੋ ਇਸ ਹੀਟ ਨੂੰ ਅਸੀਂ ਇਵੈਪੋਰੇਟ ਨਹੀਂ ਹੋਣ ਦੇਣਾ, ਬਲਕਿ ਇਹਦੇ ਵਿੱਚ ਹੀ ਰੱਖਣਾ, ਕੰਟੇਨਰ ਦੇ ਵਿੱਚ ਹੀ ਰੱਖਣਾ, ਠੀਕ ਹੈ, ਉਹਨੂੰ ਰੂਮ ਟੈਂਪਰੇਚਰ 'ਤੇ ਠੰਡਾ ਕਰਨਾ ਹੈ। ਸੋ ਉਸ ਟਾਈਮ ਜਦੋਂ ਅਸੀਂ ਫਿਊਲ ਦੀ ਕਲੋਰੀਫਿਕ ਵੈਲਿਊ ਨੋਟ ਕਰਦੇ ਹਾਂ, ਦੈਟ ਅਮਾਊਂਟ ਆਫ ਕਲੋਰੀਫਿਕ ਵੈਲਿਊ ਇਜ਼ ਨੋਨ ਐਜ਼ ਗ੍ਰੋਸ ਕਲੋਰੀਫਿਕ ਵੈਲਿਊ। ਦੈਟ ਅਮਾਊਂਟ ਆਫ ਕਲੋਰੀਫਿਕ ਵੈਲਿਊ ਇਜ਼ ਨੋਨ ਐਜ਼ ਗ੍ਰੋਸ GCV ਔਰ HCV, ਹਾਇਰ ਕਲੋਰੀਫਿਕ ਵੈਲਿਊ, ਰਾਈਟ? ਹੁਣ ਜੇ ਇਹਦੇ ਆਲਟਰਨੇਟਿਵਲੀ ਅਸੀਂ ਡੈਫੀਨੇਸ਼ਨ ਲਿਖੀਏ ਲੋ ਕਲੋਰੀਫਿਕ ਵੈਲਿਊ ਦੀ, ਲੋ ਕਲੋਰੀਫਿਕ ਵੈਲਿਊ ਕੋਈ ਖਾਸ ਚੇਂਜ ਨਹੀਂ ਕਰਨੀ, ਇਟ ਇਜ਼ ਦਾ ਟੋਟਲ amount of heat generated when unit quantity of the fuel is completely burnt, right? And the product of combustion is allowed to escape, is completely burnt, and the product of combustion is allowed to escape, right? So ਇਹਦੇ ਕੇਸ ਦੇ ਵਿੱਚ ਜਦੋਂ ਅਸੀਂ ਸਪੋਜ਼ ਆ ਸਾਡੇ ਕੋਲ ਫਿਊਲ ਹੈ, ਠੀਕ ਹੈ, ਅਸੀਂ ਇਹਨੂੰ ਬਰਨ ਕੀਤਾ, ਇਹਨੂੰ ਕਵਰ ਨਹੀਂ ਕਰਨਾ, ਰਾਈਟ? ਜੋ ਵੀ ਚੀਜ਼ ਬਰਨਿੰਗ ਤੋਂ ਬਾਅਦ ਪੈਦਾ ਹੋਈ ਪ੍ਰੋਡਕਟ ਆਫ ਕੰਬਸਸ਼ਨ ਹੈ, ਉਹਨੂੰ ਹਵਾ 'ਚ ਉੱਡਣ ਦੇਣਾ ਹੈ, ਠੀਕ ਹੈ, ਐਸਕੇਪ ਹੋਣ ਦੇਣਾ। ਉਸ ਦੇ ਦੌਰਾਨ ਅਸੀਂ ਜਦੋਂ ਇੰਸਟਰੂਮੈਂਟ ਦੀ ਹੈਲਪ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਫਿਊਲ ਦੀ ਕਲੋਰੀਫਿਕ ਵੈਲਿਊ ਨੋਟ ਕਰਦੇ ਹਾਂ, ਦੈਟ ਕਲੋਰੀਫਿਕ ਵੈਲਿਊ ਇਜ਼ ਨੋਨ ਐਜ਼ ਲੋ ਕਲੋਰੀਫਿਕ ਵੈਲਿਊ। So this is the total amount of heat generated when a unit quantity of the fuel is completely burnt and the product of combustion is allowed to escape. जो भी combustion ਤੋਂ ਬਾਅਦ product ਬਣਿਆ ਉਹਨੂੰ ਅਸੀਂ evaporate ਹੋਣ ਦੇਣਾ ਹੈ, escape ਹੋਣ ਦੇਣਾ। That particular calorific value is known as low calorific value. ਉਸ ਨੂੰ ਅਸੀਂ low calorific value ਦਾ ਨਾਮ ਦਿੰਦੇ ਹਾਂ, ਜਾਂ it is also known as net calorific value। ਰਾਜੇ ਹੁਣ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਦੋ ਕੁਐਸਚਨ ਸਾਡੇ ਕੋਲ ਰਾਈਜ਼ ਹੁੰਦੇ ਆ। ਪਹਿਲਾ ਕੁਐਸਚਨ ਹੈ ਵਾਈ ਗ੍ਰੋਸ ਕਲੋਰੀਫਿਕ ਵੈਲਿਊ ਇਜ਼ ਕਾਲਡ ਹਾਇਰ ਕਲੋਰੀਫਿਕ ਵੈਲਿਊ। ਵਾਈ ਗ੍ਰੋਸ ਕੈਲੋਰੀਫਿਕ ਵੈਲਿਊ is called higher calorific value. ਵੈਲਿਊ ਗ੍ਰੋਸ ਕਲੋਰੀਫਿਕ ਵੈਲਿਊ ਨੂੰ ਹਾਇਰ ਕਲੋਰੀਫਿਕ ਵੈਲਿਊ ਦਾ ਦਰਜਾ ਕਿਉਂ ਦਿੱਤਾ ਜਾਂਦਾ, ਕੀ ਵਜ੍ਹਾ ਹੈ ਇਹਦਾ? ਲਿਸਨ ਸਟੂਡੈਂਟ, ਜਿੰਨੇ ਵੀ ਸਾਡੇ ਕੋਲ ਫਿਊਲ ਹੈ, ਰਾਈਟ, ਦੇ ਆਰ ਹਾਈਡਰੋਕਾਰਬਨਸ, ਔਰ ਉਹਨਾਂ ਫਿਊਲ ਦੇ ਵਿੱਚ ਕਾਫੀ ਜ਼ਿਆਦਾ ਅਮਾਊਂਟ ਹਾਈਡਰੋਜਨ ਗੈਸ ਦਾ ਹੁੰਦਾ ਹੈ, ਰਾਈਟ?
ਔਰ ਜਦੋਂ ਇਹ ਹਾਈਡਰੋਜਨ ਗੈਸ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਬਰਨ ਹੁੰਦੀ ਆ ਇਹ ਵਾਟਰ ਦੇ ਵਿੱਚ ਚੇਂਜ ਹੋ ਜਾਂਦੀ ਆ ਔਰ ਵਾਟਰ ਜਿਹੜਾ ਹੈ ਕਿਹੜੀ ਫਾਰਮ ਦੇ ਵਿੱਚ ਸਾਡੇ ਕੋਲ ਪੈਦਾ ਹੁੰਦਾ ਦੈਟ ਇਜ਼ ਇਨ ਦਾ ਫਾਰਮ ਆਫ ਸਟੀਮ। ਤਾਂ ਅਸੀਂ ਫਿਊਲ ਨੂੰ ਬਰਨ ਕੀਤਾ, ਬਰਨ ਕਰਨ 'ਤੇ ਸਾਡੇ ਕੋਲ ਕਾਫੀ ਅਮਾਊਂਟ ਦੇ ਵਿੱਚ ਇੱਥੇ ਜਿਹੜੀ ਆ ਸਟੀਮ ਪੈਦਾ ਹੋਈ, ਰਾਈਟ। ਹੁਣ ਜਿਹੜਾ ਸਟੀਮ ਹੈ ਜਦੋਂ ਅਸੀਂ ਇਹਨੂੰ ਬਾਹਰ ਐਸਕੇਪ ਹੀ ਨਹੀਂ ਹੋਣ ਦਿੱਤਾ, ਰੂਮ ਟੈਂਪਰੇਚਰ 'ਤੇ ਇਹਨੂੰ ਕੂਲ ਡਾਊਨ ਕਰ ਲਿਆ, ਸਟੀਮ ਹੌਲੀ ਹੌਲੀ ਕਿਹੜੀ ਫਾਰਮ ਦੇ ਵਿੱਚ ਚੇਂਜ ਹੋ ਜੂਗੀ, ਲਿਕੁਇਡ ਦੀ ਫਾਰਮ ਦੇ ਵਿੱਚ ਚੇਂਜ ਹੋ ਜੂਗੀ, ਰਾਈਟ। ਹੁਣ ਰਾਜੇ ਸਟੀਮ ਜਿਹੜੀ ਆ ਉਹਦਾ ਟੈਂਪਰੇਚਰ ਅਪ ਹੁੰਦਾ, ਰਾਈਟ, ਟੈਂਪਰੇਚਰ ਹਾਈ ਹੁੰਦਾ ਹੈ ਔਰ ਜਿਹੜਾ ਸਾਡੇ ਕੋਲ ਵਾਟਰ ਹੈ ਲਿਕੁਇਡ ਫਾਰਮ ਹੈ ਉਹਦਾ ਟੈਂਪਰੇਚਰ ਲੋ ਹੁੰਦਾ, ਲੋ ਟੈਂਪਰੇਚਰ। ਜਦੋਂ ਸਟੀਮ ਵਾਟਰ ਦੇ ਵਿੱਚ ਚੇਂਜ ਹੁੰਦੀ ਆ ਤਾਂ ਇਹ ਆਪਣੇ 'ਚੋਂ ਆਪਣਾ ਟੈਂਪਰੇਚਰ ਲੋ ਕਰਨ ਵਾਸਤੇ ਐਕਸਟਰਾ ਹੀਟ ਛੱਡੂਗੀ, ਰਾਈਟ, ਐਕਸਟਰਾ ਹੀਟ ਅਮਿਟ ਕਰੂਗੀ। ਤਾਂ ਜਦੋਂ ਇਹ ਸਟੀਮ ਭਾਫ ਜਿਹੜੀ ਹੈ ਠੰਡੀ ਹੋ ਕੇ ਵਾਟਰ 'ਚ ਚੇਂਜ ਹੋਊਗੀ ਉਹ ਐਕਸਟਰਾ ਹੀਟ ਛੱਡੂਗੀ। ਤਾਂ ਫਿਊਲ ਦੇ ਬਰਨ ਹੋਣ ਦੇ ਨਾਲ ਨਾਲ ਜਿਹੜੀ ਹੀਟ ਪੈਦਾ ਹੋਈ ਉਹਦੇ ਨਾਲ ਕੁਝ ਹੋਰ ਅਮਾਊਂਟ ਵੀ ਹੀਟ ਦਾ ਐਡ ਹੋ ਜਾਂਦਾ ਕਿ ਜਦੋਂ ਜਿਹੜੀ ਸਟੀਮ ਹੈ ਉਹ ਭਾਫ ਤੋਂ ਲਿਕੁਇਡ ਫਾਰਮ ਦੇ ਵਿੱਚ ਚੇਂਜ ਹੋ ਜਾਂਦੀ ਆ, ਠੀਕ ਹੈ। ਸੋ ਜਿਹਦੇ ਕਰਕੇ ਸਾਡੇ ਕੋਲ ਪ੍ਰੋਡਿਊਸਡ ਹੀਟ ਦਾ ਅਮਾਊਂਟ ਜਿਹੜਾ ਹੈ ਉਹ ਜਿੰਨੀ ਆਉਣੀ ਚਾਹੀਦੀ ਸੀ ਉਹਦੇ ਨਾਲੋਂ ਵੱਧ ਜਾਂਦਾ ਹੈ, ਠੀਕ ਹੈ। ਸੋ ਇਸ ਕਰਕੇ ਜਿਹੜਾ ਪ੍ਰੋਡਿਊਸਡ ਅਮਾਊਂਟ ਹੈ ਐਕਸਪੈਕਟਿਡ ਫਿਊਲ ਦੀ ਬਰਨਿੰਗ ਵਾਲੇ ਅਮਾਊਂਟ ਦੇ ਨਾਲੋਂ ਜ਼ਿਆਦਾ ਹੁੰਦਾ ਹੈ। ਦੈਟਸ ਵਾਈ ਦਿਸ ਕੈਲੋਰੀਫਿਕ ਵੈਲਿਊ ਇਜ਼ ਨੋਨ ਐਜ਼ ਹਾਇਰ ਕੈਲੋਰੀਫਿਕ ਵੈਲਿਊ, ਰਾਈਟ। ਸੋ ਜਦੋਂ ਜਿਹੜੀ ਸਟੀਮ ਹੈ ਉਹ ਕੰਡੈਂਸ ਹੁੰਦੀ ਆ ਤਾਂ ਲੇਟੈਂਟ ਹੀਟ ਜਿਹੜੀ ਆ, ਲੇਟੈਂਟ ਮਤਲਬ ਉਹਦੇ 'ਚ ਜਿਹੜੀ ਛੁਪੀ ਹੋਈ ਹੀਟ ਹੈ ਉਹ ਅਮਿਟ ਹੁੰਦੀ ਆ, ਰਾਈਟ। ਸੋ ਉਹ ਜਿਹੜੀ ਲੇਟੈਂਟ ਹੀਟ ਹੈ, ਹੀਟ ਆਫ ਕੰਡੈਂਸੇਸ਼ਨ, ਲੇਟੈਂਟ ਹੀਟ ਆਫ ਕੰਡੈਂਸੇਸ਼ਨ ਹੈ ਉਹਨੂੰ ਅਸੀਂ ਫਿਊਲ ਦੁਆਰਾ ਬਰਨ ਹੋਣ 'ਤੇ ਜਿਹੜੀ ਹੀਟ ਪੈਦਾ ਹੁੰਦੀ ਹੈ ਉਹਦੇ ਵਿੱਚ ਪਲੱਸ ਕਰ ਦਿੰਦੇ, ਦੈਟ ਇਜ਼ ਲੇਟੈਂਟ ਹੀਟ ਆਫ ਕੰਡੈਂਸੇਸ਼ਨ। ਉਹਨੂੰ ਫਿਊਲ ਦੇ ਬਰਨ ਹੋਣ ਦੇ ਨਾਲ ਜਿਹੜੀ ਹੀਟ ਪੈਦਾ ਹੋਈ ਉਹਦੇ ਨਾਲ ਪਲੱਸ ਕਰ ਦਿੰਦੇ ਆ ਤਾਂ ਸਾਡੇ ਕੋਲ ਗ੍ਰੋਸ ਅਮਾਊਂਟ ਹੀਟ ਦਾ ਵੱਧ ਜਾਂਦਾ ਹੈ, ਰਾਈਟ, ਗ੍ਰੋਸ ਅਮਾਊਂਟ ਹੀਟ ਦਾ ਵੱਧ ਜਾਂਦਾ। ਦੈਟਸ ਵਾਈ ਦਿਸ ਕੈਲੋਰੀਫਿਕ ਵੈਲਿਊ ਇਜ਼ ਨੋਨ ਐਜ਼ ਹਾਈ ਕੈਲੋਰੀਫਿਕ ਵੈਲਿਊ ਔਰ GCV ਔਰ ਗ੍ਰੋਸ ਕੈਲੋਰੀਫਿਕ ਵੈਲਿਊ ਔਰ HCV ਮਤਲਬ ਹਾਈ ਕੈਲੋਰੀਫਿਕ ਵੈਲਿਊ, ਰਾਈਟ। ਇਹਦੇ 'ਚ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਵੀ ਪਲੱਸ ਹੁੰਦੀ ਹੈ ਜਿਹੜੀ ਕਾਹਦੇ ਕਰਕੇ ਆਉਂਦੀ ਹੈ ਕਿ ਜਦੋਂ ਅਸੀਂ ਫਿਊਲ ਬਰਨ ਕਰਦੇ ਉਹਦੇ 'ਚ ਹਾਈਡਰੋਜਨ ਹੁੰਦੀ ਆ, ਹਾਈਡਰੋਜਨ ਆਕਸੀਜਨ ਨਾਲ ਰਿਐਕਟ ਕਰਕੇ ਵਾਟਰ ਬਣਾਉਂਦੀ ਆ, ਵਾਟਰ ਸਟੀਮ ਦੀ ਫਾਰਮ ਦੇ ਵਿੱਚ ਹੁੰਦਾ। ਜਦੋਂ ਅਸੀਂ ਫਿਊਲ ਦੇ ਵਿੱਚ ਜੋ ਵੀ ਬਾਈ ਪ੍ਰੋਡਕਟ ਪੈਦਾ ਹੋਇਆ ਉਹਨੂੰ ਰੂਮ ਟੈਂਪਰੇਚਰ 'ਤੇ ਲੈ ਕੇ ਆਉਂਦੇ ਹਾਂ ਤਾਂ ਇਹ ਸਟੀਮ ਵੀ ਠੰਡੀ ਹੁੰਦੀ ਹੈ ਤਾਂ ਇਹ ਆਪਣੇ ਅੰਦਰ ਜਿਹੜੀ ਹੀਟ ਹੈ ਸਟੋਰ, ਕਿਉਂਕਿ ਸਟੀਮ ਦਾ ਟੈਂਪਰੇਚਰ ਹਾਈ ਹੁੰਦਾ, ਵਾਟਰ ਦਾ ਟੈਂਪਰੇਚਰ ਲੋ ਹੁੰਦਾ ਤਾਂ ਇਹਦੇ 'ਚ ਕੁਛ ਅਮਾਊਂਟ ਹੀਟ ਦਾ ਜਿਹੜਾ ਹੈ ਛਿਪਿਆ ਹੋਇਆ ਹੁੰਦਾ, ਦੈਟ ਇਜ਼ ਲੇਟੈਂਟ ਹੀਟ ਆਫ ਕੰਡੈਂਸੇਸ਼ਨ। ਉਹ ਵੀ ਆਪਾਂ ਫਿਊਲ ਦੀ ਹੀਟ ਦੇ ਵਿੱਚ ਪਲੱਸ ਕਰ ਦਈਏ ਤਾਂ ਇਹਦਾ ਗ੍ਰੋਸ ਵੈਲਿਊ ਵੱਧ ਜਾਂਦੀ ਹੈ। ਦੈਟਸ ਵਾਈ ਦਿਸ ਕੈਲੋਰੀਫਿਕ ਵੈਲਿਊ ਇਜ਼ ਨੋਨ ਐਜ਼ ਹਾਈ ਕੈਲੋਰੀਫਿਕ ਵੈਲਿਊ। ਸੋ ਵਾਈ ਨੈਟ ਜਿਹੜੀ ਸਾਡੇ ਕੋਲ ਵਾਈ ਨੈਟ ਕੈਲੋਰੀਫਿਕ ਵੈਲਿਊ, ਵਾਈ ਅਗਲਾ ਕੁਐਸਚਨ ਹੈ ਵਾਈ ਨੈਟ ਕੈਲੋਰੀਫਿਕ ਵੈਲਿਊ ਹੈਜ਼ ਲੈਸ ਵੈਲਿਊ, ਵਾਈ net calorific value why net calorific value is known as low calorific value, low calorific value। ਕਿਉਂਕਿ ਜਦੋਂ ਰਾਜੇ ਅਸੀਂ ਫਿਊਲ ਨੂੰ ਬਰਨ ਕਰਦੇ ਹਾਂ, ਜਦੋਂ ਨੈਟ ਕੈਲੋਰੀਫਿਕ ਵੈਲਿਊ ਨੋਟ ਕਰਨੀ ਆ ਤਾਂ ਉਹਦੇ ਦੌਰਾਨ ਜਿਹੜੀ ਇਹਦੇ 'ਚੋਂ ਕੰਬਸ਼ਨ ਪ੍ਰੋਡਕਟ ਬਣਿਆ ਉਹਨੂੰ ਅਸੀਂ ਐਸਕੇਪ ਹੋਣ ਦਿੰਦੇ ਹਾਂ, ਰਾਈਟ। ਐਸਕੇਪ ਹੋਣ ਦਿੱਤਾ ਤਾਂ ਜਿਹੜੀ ਇਹਦੇ 'ਚ ਸਟੀਮ ਵੀ ਬਣੂਗੀ ਉਹ ਵੀ ਐਸਕੇਪ ਹੋ ਜੂਗੀ, ਉਹ ਰੂਮ ਟੈਂਪਰੇਚਰ 'ਤੇ ਕੂਲ ਨਹੀਂ ਹੋਊਗੀ ਤਾਂ ਜਿਹੜੀ ਸਾਡੇ ਕੋਲ ਹੀਟ ਆਊਗੀ ਉਹ ਇਕੱਲੀ ਫਿਊਲ ਦੇ ਬਰਨਿੰਗ ਵਾਲੀ ਹੀਟ ਹੋਊਗੀ। ਇਹਦੇ ਵਿੱਚ ਜਿਹੜੀ ਸਾਡੇ ਕੋਲ ਲੇਟੈਂਟ ਹੀਟ ਆਫ ਸਟੀਮ ਕੰਡੈਂਸੇਸ਼ਨ ਹੈ ਪਲੱਸ ਨਹੀਂ ਹੋਊਗੀ, ਰਾਈਟ। ਫਿਊਲ ਦੀ ਬਰਨਿੰਗ ਵਾਲੀ ਹੀਟ ਹੀ ਹੋਊਗੀ, ਜਦ ਕਿ ਗ੍ਰੋਸ ਕੈਲੋਰੀਫਿਕ ਵੈਲਿਊ ਦੇ ਵਿੱਚ ਫਿਊਲ ਦੇ ਦੁਆਰਾ ਪੈਦਾ ਹੋਈ ਹੀਟ ਪਲੱਸ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਅਸੀਂ ਪਲੱਸ ਕਰਦੇ ਹਾਂ,
ਲੇਕਿਨ ਜਦੋਂ ਅਸੀਂ LCV ਨੋਟ ਕਰਨੀ ਆ, ਅਸੀਂ ਆ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਨੂੰ ਨਹੀਂ ਨੋਟ ਕਰਦੇ। ਸਾਡੇ ਕੋਲ ਸਿਰਫ ਕਿਹੜੀ ਵੈਲਿਊ ਆਉਂਦੀ ਹੈ, ਜਿਹੜੀ ਫਿਊਲ ਦੀ ਬਰਨਿੰਗ ਦੇ ਥਰੂ ਜਿਹੜੀ ਹੀਟ ਪੈਦਾ ਹੋਊਗੀ ਉਹੀ ਅਸੀਂ ਨੋਟ ਕਰਦੇ ਹਾਂ। ਸੋ LCV ਦੀ ਵੈਲਿਊ ਇਸੇ ਕਰਕੇ GCV ਦੇ ਨਾਲੋਂ ਘੱਟ ਹੁੰਦੀ ਹੈ, ਰਾਈਟ। ਇਹ ਪੁਆਇੰਟ ਯਾਦ ਰੱਖਣਾ, ਕਾਫੀ ਇੰਪੋਰਟੈਂਟ ਪੁਆਇੰਟ ਹੈ। ਵਾਈ LCV ਇਜ਼ ਲੈਸ ਦੈਨ GCV, ਵਾਈ GCV ਇਜ਼ ਹਾਇਰ ਦੈਨ LCV। ਕਿਸੇ ਵੀ ਫਾਰਮ ਦੇ ਵਿੱਚ ਤੁਹਾਨੂੰ ਪੁੱਛ ਸਕਦੇ ਆ ਕਿ ਜਦੋਂ ਅਸੀਂ GCV ਨੋਟ ਕਰਦੇ ਹਾਂ ਤਾਂ ਉਦੋਂ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਵਿੱਚ ਪਲੱਸ ਹੁੰਦੀ ਹੈ, ਜਦੋਂ LCV ਨੋਟ ਕਰਦੇ ਉਦੋਂ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਵਿੱਚ ਪਲੱਸ ਨਹੀਂ ਹੁੰਦੀ, ਰਾਈਟ। ਸੋ ਇਹ ਆਪਾਂ ਡਿਸਕਸ ਕੀਤਾ ਯੂਨਿਟਸ ਆਫ ਹੀਟ ਐਂਡ ਕੈਲੋਰੀਫਿਕ ਵੈਲਿਊ ਆਫ ਫਿਊਲ। ਥੈਂਕ ਯੂ ਵੈਰੀ ਮਚ ਸਟੂਡੈਂਟਸ। ਅਗਲੀ ਚੀਜ਼ ਆਪਾਂ ਇਹਨਾਂ ਨੂੰ ਮੈਜ਼ਰ ਕਿੱਦਾਂ ਕਰਨਾ, ਉਹ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਨੋਟ ਕਰਾਂਗੇ। ਥੈਂਕ ਯੂ ਵੈਰੀ ਮਚ।